राम राम जी साਰਿਆਂ ਨੂੰ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਦੀ ਵੀਡੀਓ ਦੇ ਵਿੱਚ ਚੈਨਲ ਏਮ ਐਂਡ ਅਚੀਵ। ਜਿਵੇਂ ਕਿ ਆਪਾਂ ਚੈਪਟਰ ਕਰ ਰਹੇ ਹਾਂ ਜੀ ਮੈਟਰ ਇਨ ਆਵਰ ਸਰਾਊਂਡਿੰਗਸ, ਯਾਨੀ ਕਿ ਸਾਡੇ ਆਲੇ ਦੁਆਲੇ ਪਦਾਰਥ। ਇਹਦਾ ਅਸੀਂ ਇੱਕ ਲੈਕਚਰ ਜੋ ਕੰਪਲੀਟ ਡਿਟੇਲ ਦੇ ਵਿੱਚ ਕਰ ਚੁੱਕੇ ਹਾਂ। ਅੱਜ ਉਹਦਾ ਸੈਕੰਡ ਪਾਰਟ ਲੈ ਕੇ ਹਾਜ਼ਰ ਹਾਂ ਤੇ ਜਿੱਥੇ ਤੱਕ ਅਸੀਂ ਕਰ ਰਹੇ ਸੀ ਤੇ ਉਸ ਤੋਂ ਅੱਗੇ ਵਾਲਾ ਪਾਰਟ ਕਰਾਂਗੇ। ਉਸ ਤੋਂ ਇਲਾਵਾ ਅਸੀਂ ਤਕਰੀਬਨ 4 ਚੈਪਟਰ ਕਰ ਚੁੱਕੇ ਹਾਂ, ਵਿੱਚੋਂ ਇੱਕ ਡਿਟੇਲ ਦੇ ਵਿੱਚ ਹੈ ਤੇ ਬਾਕੀ ਜੋ ਐਮਸੀਕਿਊਜ਼ ਕੀਤੇ ਆ ਉਹਦੇ ਨਾਲ ਵੀ ਚੈਪਟਰ ਦੀ ਡਿਟੇਲ ਜਿਹੜੀ ਹੈ ਉਹ ਕੰਪਲੀਟ ਕਵਰ ਕੀਤੀ ਹੋਈ ਹੈ। ਤੁਸੀਂ ਉਹਨਾਂ ਚੈਪਟਰਸ ਨੂੰ ਦੇਖ ਸਕਦੇ ਹੋ ਜੀ ਜਾ ਕੇ ਪਲੇਲਿਸਟ ਦੇ ਵਿੱਚ। ਤੇ ਅਗਰ ਤੁਸੀਂ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਜੋ ਆਉਣ ਵਾਲੀ ਵੀਡੀਓਜ਼ ਤੁਹਾਨੂੰ ਮਿਲਦੀਆਂ ਰਹਿਣ, ਤਾਂ ਤੁਸੀਂ ਬੈਲ ਵਾਲਾ ਆਈਕਨ ਵੀ ਨਾਲ ਪ੍ਰੈਸ ਕਰ ਲਿਓ। ਸੋ ਅਸੀਂ ਇੱਥੇ ਤੱਕ ਕਰ ਲਿਆ ਸੀ। ਅੱਜ ਅਸੀਂ ਇੱਥੋਂ ਸ਼ੁਰੂ ਕਰਨਾ ਸੀ ਕਿ ਜੋ ਪਦਾਰਥ ਆ ਕਿ ਉਹ ਆਪਣੀ ਸਟੇਟ ਚੇਂਜ ਕਰ ਸਕਦੇ ਆ, ਯਾਨੀ ਕਿ ਸੋਲਿਡ ਤੋਂ ਲਿਕੁਇਡ ਜਾਂ ਲਿਕੁਇਡ ਤੋਂ ਗੈਸ, ਯਾਨੀ ਕਿ ਠੋਸ ਤੋਂ ਤਰਲ ਜਾਂ ਤਰਲ ਤੋਂ ਭਾਫ ਵੱਲ ਜਾ ਸਕਦੇ ਆ ਕਿ ਨਹੀਂ ਜਾ ਸਕਦੇ। ਇਹਦਾ ਆਨਸਰ ਹੈ ਜੀ ਬਿਲਕੁਲ ਜਾ ਸਕਦੇ ਆ। ਕਿੱਦਾਂ ਜਾ ਸਕਦੇ ਆ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਹੈ ਜੀ ਇਫੈਕਟ ਆਫ ਚੇਂਜ ਆਫ ਟੈਂਪਰੇਚਰ, ਯਾਨੀ ਕਿ ਤਾਪਮਾਨ ਦਾ ਕੀ ਪ੍ਰਭਾਵ ਪੈਂਦਾ ਆ ਕਿ ਜਦੋਂ ਅਸੀਂ ਤਾਪਮਾਨ ਨੂੰ ਵਧਾਉਂਦੇ ਆ ਜਾਂ ਘਟਾਉਂਦੇ ਆ ਤੇ ਉਸ ਹਿਸਾਬ ਨਾਲ ਠੋਸ ਤੋਂ ਤਰਲ ਜਾਂਦਾ ਆ, ਤਰਲ ਤੋਂ ਭਾਫ ਬਣਦੀ ਆ ਜਾਂ ਭਾਫ ਤੋਂ ਤਰਲ ਬਣਦਾ, ਯਾਨੀ ਕਿ ਗੈਸ ਤੋਂ ਲਿਕੁਇਡ ਬਣਦਾ ਜਾਂ ਲਿਕੁਇਡ ਤੋਂ ਸੋਲਿਡ ਬਣਦਾ। ਤਾਂ ਇੱਕ ਚੀਜ਼ ਧਿਆਨ ਰੱਖੋ, ਆਪਾਂ ਉਸ ਦਿਨ ਇੱਕ ਬੇਸਿਕ ਜਿਹੀ ਗੱਲ ਕੀਤੀ ਸੀ ਕਿ ਸਾਨੂੰ ਪਤਾ ਕਿ ਅਗਰ ਅਸੀਂ ਸੋਲਿਡ ਦੀ ਗੱਲ ਕਰਦੇ ਆ, ਠੋਸ ਦੀ ਗੱਲ ਕਰਦੇ ਆ, ਤਾਂ ਉਹਦੇ ਵਿੱਚ ਜੋ ਪਾਰਟੀਕਲਸ ਆ ਬਹੁਤ ਨੇੜੇ ਨੇੜੇ ਹੁੰਦੇ ਆ। ਹੁਣ ਲਿਕੁਇਡ ਦੇ ਵਿੱਚ ਪਾਰਟੀਕਲਸ ਥੋੜੇ ਜਿਹੇ ਦੂਰ ਹੁੰਦੇ ਆ, ਗੈਸ ਦੇ ਵਿੱਚ ਜੋ ਪਾਰਟੀਕਲਸ ਆ ਉਹ ਬਹੁਤ ਜ਼ਿਆਦਾ ਦੂਰ ਹੁੰਦੇ ਆ। ਠੀਕ ਹੈ, ਹੁਣ ਹੁੰਦਾ ਕੀ ਆ, ਜਦੋਂ ਅਸੀਂ ਸੋਲਿਡ ਨੂੰ ਗਰਮ ਕਰਦੇ ਆ, ਹੀਟ ਕਰਦੇ ਆ, ਹੀਟ ਦਾ ਅਸੀਂ ਡੈਲਟਾ ਪਾ ਦਿੰਦੇ ਆ, ਹੀਟ ਕਰਦੇ ਆ ਤਾਂ ਉਹ ਬਣ ਜਾਂਦੇ ਲਿਕੁਇਡ। ਤੇ ਅਗਰ ਲਿਕੁਇਡ ਤੋਂ ਅਸੀਂ ਗੈਸ ਬਣਾਉਣਾ ਚਾਹੁੰਦੇ ਆ ਤਾਂ ਉਦੋਂ ਵੀ ਗਰਮ ਕਰਾਂਗੇ, ਯਾਨੀ ਕਿ ਤਾਪਮਾਨ ਵਧਾਵਾਂਗੇ। ਤਾਂ ਦੂਸਰੀ ਚੀਜ਼ ਸੁਣ ਲਓ ਕਿ ਅਗਰ ਅਸੀਂ ਗੈਸ ਤੋਂ ਲਿਕੁਇਡ ਬਣਾਉਣਾ ਚਾਹੁੰਦੇ ਆ ਤਾਂ ਅਸੀਂ ਕੀ ਕਰਾਂਗੇ, ਤਾਪਮਾਨ ਨੂੰ ਘਟਾਵਾਂਗੇ, ਯਾਨੀ ਕਿ ਉਹਨੂੰ ਠੰਡਾ ਕਰਾਂਗੇ। ਇਸੇ ਤਰੀਕੇ ਦੇ ਨਾਲ ਅਗਰ ਅਸੀਂ ਲਿਕੁਇਡ ਤੋਂ ਸੋਲਿਡ ਬਣਾਉਣਾ ਚਾਹੁੰਦੇ ਆ ਤਾਂ ਉਹਨੂੰ ਅਸੀਂ ਠੰਡਾ ਕਰਾਂਗੇ। ਸੌਖੀ ਜਿਹੀ ਐਗਜ਼ਾਮਪਲ ਆ, ਬਰਫ਼ ਆ, ਆਈਸ ਆ। ਆਈਸ ਨੂੰ ਪਾਣੀ ਬਣਾਉਣ ਲਈ ਸਾਨੂੰ ਕੀ ਕਰਨਾ ਪੈਂਦਾ ਆ, ਉਹਨੂੰ ਅਸੀਂ ਫ੍ਰੀਜ਼ਰ ਚੋਂ ਬਾਹਰ ਕੱਢ ਦਿੰਨੇ ਆ, ਉਹ ਕੀ ਰਹਿੰਦਾ ਆ, ਪਾਣੀ ਬਣ ਜਾਂਦਾ। ਹੁਣ ਪਾਣੀ ਤੋਂ ਭਾਫ ਬਣਾਉਣ ਦੇ ਲਈ ਉਹਨੂੰ ਸਾਨੂੰ ਥੋੜਾ ਜਿਹਾ ਗਰਮ ਕਰਨਾ ਪੈਂਦਾ। ਹੁਣ ਨੋ ਡਾਊਟ ਇੱਕ ਚੀਜ਼ ਹੁੰਦੀ ਇਵੈਪੋਰੇਸ਼ਨ, ਯਾਨੀ ਕਿ ਵਾਸ਼ਪੀਕਰਨ, ਇੱਕ ਹੁੰਦਾ ਵਾ ਬੋਇਲਿੰਗ, ਯਾਨੀ ਕਿ ਉਬਲਣਾ। ਉਹਦੇ ਵਿੱਚ ਕੀ ਫਰਕ ਆ, ਉਹ ਕੀ ਹੁੰਦਾ, ਉਹ ਆਪਾਂ ਅੱਗੇ ਜਾ ਕੇ ਜ਼ਰੂਰ ਕਰਾਂਗੇ। ਤਾਂ ਇੱਕ ਚੀਜ਼ ਤਾਂ ਪੱਕੀ ਆ ਕਿ ਅਗਰ ਅਸੀਂ ਠੋਸ ਤੋਂ ਤਰਲ ਵੱਲ ਜਾਵਾਂਗੇ ਤਾਂ ਤਾਪਮਾਨ ਵਧਾਵਾਂਗੇ, ਤਰਲ ਤੋਂ ਗੈਸ ਵੱਲ ਜਾਵਾਂਗੇ, ਭਾਫ ਵੱਲ ਜਾਵਾਂਗੇ ਤਾਂ ਤਾਪਮਾਨ ਵਧਾਵਾਂਗੇ। ਯਾਨੀ ਕਿ ਅਗਰ ਅਸੀਂ ਅੱਗੇ ਨੂੰ ਜਾ ਰਹੇ ਹਾਂ ਤੇ ਤਾਪਮਾਨ ਵਧਾ ਰਹੇ ਹਾਂ, ਲੇਕਿਨ ਅਗਰ ਅਸੀਂ ਬੈਕ ਸਾਈਡ ਜਾ ਰਹੇ ਹਾਂ, ਪਿੱਛੇ ਜਾ ਰਹੇ ਹਾਂ, ਗੈਸ ਤੋਂ ਜਾ ਰਹੇ ਹਾਂ ਲਿਕੁਇਡ ਵੱਲ ਜਾਂ ਲਿਕੁਇਡ ਤੋਂ ਸੋਲਿਡ ਵੱਲ ਜਾ ਰਹੇ ਹਾਂ, ਤਾਂ ਉਸ ਵੇਲੇ ਵੀ ਅਸੀਂ ਤਾਪਮਾਨ ਨੂੰ ਘਟਾਉਂਦੇ ਆ। ਇਹ ਚੀਜ਼ ਨੂੰ ਧਿਆਨ ਰੱਖਿਓ, ਠੀਕ ਹੈ ਜੀ। ਸੋ ਨੈਕਸਟ ਆ ਗਿਆ ਜੀ ਕਿ ਹੁਣ ਇੱਕ ਚੀਜ਼ ਧਿਆਨ ਦਿਓ ਕਿ ਕਿਸੇ ਸੋਲਿਡ ਨੂੰ, ਕਿਸੇ ਠੋਸ ਨੂੰ ਤੋੜਨ ਦੇ ਲਈ ਸਾਨੂੰ ਤਾਪਮਾਨ ਵਧਾਉਣਾ ਪੈਂਦਾ ਆ। ਠੀਕ ਆ, ਹੁਣ ਤੁਸੀਂ ਦੇਖੋ ਕਿ ਤੁਹਾਡੇ ਕੋਲ ਮੰਨ ਲਓ ਦੋ ਸੋਲਿਡ ਪਏ ਆ, ਦੋ ਠੋਸ ਚੀਜ਼ਾਂ ਪਈਆਂ। ਸਪੋਜ਼ ਕਰੋ ਇੱਕ ਹੈਗੀ ਆ ਤੁਹਾਡੇ ਕੋਲੋਂ ਬਰਫ਼, ਯਾਨੀ ਕਿ ਆਈਸ, ਦੂਸਰਾ ਹੈਗਾ ਤੁਹਾਡੇ ਕੋਲ ਲੋਹਾ, ਯਾਨੀ ਕਿ ਆਇਰਨ। ਹੁਣ ਤੁਹਾਨੂੰ ਪਤਾ ਹੈ ਕਿ ਅਗਰ ਤੁਸੀਂ ਆਈਸ ਯਾਨੀ ਕਿ ਬਰਫ਼ ਨੂੰ ਪਿਘਾਲਣਾ ਚਾਹੁੰਦੇ ਆ ਤਾਂ ਤਾਪਮਾਨ ਵਧਾਉਣਾ ਪਏਗਾ, ਹੀਟ ਦੇਣੀ ਪਏਗੀ। ਇਦਾਂ ਹੀ ਅਗਰ ਤੁਸੀਂ ਆਇਰਨ ਨੂੰ ਪਿਘਲਾਉਣਾ ਚਾਹੁੰਦੇ ਆ ਤਾਂ ਹੀਟ ਦੇਣੀ ਪਏਗੀ। ਹੁਣ ਹੀਟ ਜ਼ਿਆਦਾ ਕਿਹਨੂੰ ਦੇਣੀ ਪਏਗੀ, ਦੋਨੋਂ ਤਾਂ ਸੋਲਿਡ ਆ, ਦੋਨਾਂ ਵਿੱਚੋਂ ਹੀਟ ਜ਼ਿਆਦਾ ਦੇਣੀ ਪੈਣੀ ਆ ਪਿਘਾਲਣ ਲਈ ਆਇਰਨ ਨੂੰ, ਯਾਨੀ ਕਿ ਲੋਹੇ ਨੂੰ, ਐਜ਼ ਕੰਪੇਅਰ ਟੂ ਆਈਸ। ਹੁਣ ਇਹ ਗੱਲ ਕਰਨ ਦਾ ਮਕਸਦ ਕੀ ਆ, ਇਹ ਗੱਲ ਕਰਨ ਦਾ ਮਕਸਦ ਇਹ ਆ ਕਿ ਦੋਨੋਂ ਇਸ ਵੇਲੇ ਠੋਸ ਆ, ਸੋਲਿਡ ਆ, ਦੋਨਾਂ ਨੂੰ ਅਸੀਂ ਤਰਲ ਯਾਨੀ ਕਿ ਲਿਕੁਇਡ ਬਣਾਉਣਾ ਚਾਹੁੰਦੇ ਆ, ਪਰ ਫਿਰ ਵੀ ਸਾਨੂੰ ਆਈਸ ਨਾਲੋਂ ਕਿਤੇ ਜ਼ਿਆਦਾ ਆਇਰਨ ਨੂੰ ਯਾਨੀ ਕਿ ਲੋਹੇ ਨੂੰ ਤਾਪਮਾਨ ਦੇਣਾ ਪੈਂਦਾ ਉਹਨੂੰ ਪਿਘਾਲਣ ਦੇ ਲਈ। ਕਾਰਨ ਕੀ ਆ, ਉਹਦਾ ਇੱਕ ਛੋਟਾ ਜਿਹਾ ਕਾਰਨ ਇਹ ਆ ਕਿ ਜੋ ਆਇਰਨ ਦੇ ਵਿੱਚ, ਜੋ ਲੋਹੇ ਦੇ ਵਿੱਚ ਫੋਰਸ ਆਫ ਅਟਰੈਕਸ਼ਨ ਆ, ਜੋ ਉਹਦੇ ਪਾਰਟੀਕਲਸ ਨੂੰ ਆਪਸ ਚ ਬੰਨ ਕੇ ਰੱਖਦੀ ਆ, ਜਕੜ ਕੇ ਰੱਖਦੀ ਆ, ਉਹ ਬਹੁਤ ਜ਼ਿਆਦਾ ਸਟਰੋਂਗ ਆ ਐਜ਼ ਕੰਪੇਅਰ ਟੂ ਆਈਸ। ਹੁਣ ਦੋਨੋਂ ਚੀਜ਼ਾਂ ਠੋਸ ਆ, ਦੋਨੋਂ ਨੂੰ ਅਸੀਂ ਤਰਲ ਬਣਾਉਣਾ ਚਾਹੁੰਦੇ ਆ, ਦੋਨਾਂ ਨੂੰ ਤਾਪਮਾਨ ਦੇਣਾ ਪਊਗਾ, ਲੇਕਿਨ ਆਇਰਨ ਨੂੰ ਯਾਨੀ ਕਿ ਲੋਹੇ ਨੂੰ ਜ਼ਿਆਦਾ ਤਾਪਮਾਨ ਦੇਣਾ ਪਏਗਾ। ਇਹਦਾ ਸਿੰਪਲ ਜਿਹਾ ਮਤਲਬ ਆ ਕਿ ਜਿੰਨਾ ਜ਼ਿਆਦਾ ਸਾਨੂੰ ਤਾਪਮਾਨ ਦੇਣਾ ਪੈਂਦਾ ਆ ਕਿਸੇ ਠੋਸ ਨੂੰ ਤਰਲ ਬਣਾਉਣ ਲਈ, ਕਿਸੇ ਸੋਲਿਡ ਨੂੰ ਲਿਕੁਇਡ ਬਣਾਉਣ ਦੇ ਲਈ, ਇੱਥੋਂ ਇੱਕ ਸਿੱਧਾ ਜਿਹਾ ਪਤਾ ਲੱਗਦਾ ਆ ਕਿ ਉਹਦੇ ਵਿੱਚ ਜੋ ਫੋਰਸ ਆਫ ਅਟਰੈਕਸ਼ਨ ਆ, ਜੋ ਬਲ ਆ, ਜੋ ਉਹਨੂੰ ਬੰਨ ਕੇ ਰੱਖਦਾ ਪਾਰਟੀਕਲਸ ਨੂੰ,
ਉਹ ਬਹੁਤ ਜ਼ਿਆਦਾ ਆ। ਇਦਾਂ ਅਸੀਂ ਦੇਖ ਸਕਦੇ ਆ ਜਦੋਂ ਹੁਣ ਦੇਖੋ ਹੁਣ ਜਦੋਂ ਕੋਈ ਚੀਜ਼ ਮੈਲਟ ਕਰਦੀ ਆ, ਜਦੋਂ ਪਿਘਲਦੀ ਆ, ਉਹਨੂੰ ਅਸੀਂ ਮੈਲਟਿੰਗ ਪੁਆਇੰਟ ਕਹਿੰਦੇ ਆ। ਜਿਹੜੇ ਟੈਂਪਰੇਚਰ ਤੇ ਜਿਹੜੇ ਤਾਪਮਾਨ ਤੇ ਉਹ ਪਿਘਲਦੀ ਆ ਉਹਨੂੰ ਅਸੀਂ ਮੈਲਟਿੰਗ ਪੁਆਇੰਟ ਕਹਿੰਦੇ ਆ। ਸੋ ਕਿਸੇ ਵੀ ਠੋਸ ਦਾ ਜੋ ਮੈਲਟਿੰਗ ਪੁਆਇੰਟ ਆ ਉਹ ਇਹ ਇੰਡੀਕੇਟ ਕਰਦਾ ਆ, ਉਹ ਇਹ ਦਰਸਾਉਂਦਾ ਆ ਕਿ ਉਹਦੇ ਪਾਰਟੀਕਲਸ ਦੇ ਵਿੱਚ ਕਿੰਨੀ ਕੁ ਜ਼ਿਆਦਾ ਫੋਰਸ ਆਫ ਅਟਰੈਕਸ਼ਨ ਆ। ਜਿੱਦਾਂ ਆਪਾਂ ਹੁਣੇ ਪੜਿਆ ਕਿ ਜਿੰਨੀ ਜ਼ਿਆਦਾ ਫੋਰਸ ਆਫ ਅਟਰੈਕਸ਼ਨ ਹੋਏਗੀ ਉਨਾ ਜ਼ਿਆਦਾ ਉਹਨੂੰ ਤੋੜਨਾ ਔਖਾ, ਉਨਾ ਜ਼ਿਆਦਾ ਉਹਨੂੰ ਤੋੜਨ ਲਈ ਟੈਂਪਰੇਚਰ ਦੇਣਾ ਪਏਗਾ। ਯਾਨੀ ਕਿ ਜਿਹਦਾ ਟੈਂਪਰੇਚਰ ਜ਼ਿਆਦਾ ਹੋਏਗਾ, ਮਤਲਬ ਜਿਹਨੂੰ ਪਿਘਲਣ ਦੇ ਲਈ ਸਾਨੂੰ ਜ਼ਿਆਦਾ ਤਾਪਮਾਨ ਦੇਣਾ ਪਏਗਾ, ਇਹਦਾ ਮਤਲਬ ਉਹਦੇ ਅੰਦਰ ਫੋਰਸ ਆਫ ਅਟਰੈਕਸ਼ਨ ਵੀ ਉਨੀ ਹੀ ਜ਼ਿਆਦਾ ਹੁੰਦੀ ਹੈ। ਠੀਕ ਹੈ ਜੀ। ਸੋ ਇੱਕ ਪਹਿਲਾਂ ਮੈਂ ਛੋਟੀ ਜਿਹੀ ਗੱਲ ਕਰ ਦਿੰਦਾ ਕਿ ਹੁਣ ਆਈਸ ਆ, ਆਈਸ ਵੀ ਇੱਕ ਪਾਣੀ ਦੀ ਫਾਰਮ ਆ। ਠੀਕ ਹੈ, ਵਾਟਰ ਪਾਣੀ ਆ, ਤੇ ਜੋ ਵਾਟਰ ਵੇਪਰ ਆ ਉਹ ਵੀ ਪਾਣੀ ਦੀ ਹੀ ਇੱਕ ਫਾਰਮ ਆ। ਤਾਂ ਯਾਦ ਰੱਖਿਓ, ਅਗਰ ਅਸੀਂ ਆਈਸ ਤੋਂ ਵਾਟਰ ਬਣਾਉਣਾ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਆ ਕਿ ਕਿਹੜੇ ਤਾਪਮਾਨ ਤੇ ਜੋ ਪਾਣੀ ਆ ਉਹ ਬਰਫ਼ ਬਣਦਾ ਆ। ਤਾਂ ਅਸੀਂ ਕਹਿੰਦੇ ਆ ਕਿ 0 ਡਿਗਰੀ ਸੈਲਸੀਅਸ। ਪਰ ਇੱਕ ਚੀਜ਼ ਧਿਆਨ ਰੱਖਿਓ ਕਿ ਅਗਰ ਸਵਾਲ ਆਵੇ ਕਿ 0 ਡਿਗਰੀ ਸੈਲਸੀਅਸ ਦੇ ਉੱਤੇ ਪਾਣੀ ਦੀ ਕਿਹੜੀ ਦਸ਼ਾ ਹੁੰਦੀ ਆ, ਕਿਹੜੀ ਸਟੇਟ ਹੁੰਦੀ ਆ, ਤਾਂ ਯਾਦ ਰੱਖਿਓ ਆਈਸ ਤੇ ਵਾਟਰ ਦੋਵੇਂ ਹੀ ਹੁੰਦੇ ਆ। ਕਿਉਂਕਿ ਜੋ 0 ਡਿਗਰੀ ਸੈਲਸੀਅਸ ਆ ਇਹ ਇੱਕ ਇਕੁਇਲਿਬਰੀਅਮ ਟੈਂਪਰੇਚਰ ਆ, ਜਿੱਥੇ ਵਾਟਰ ਲਿਕੁਇਡ ਦੀ ਫਾਰਮ ਦੇ ਵਿੱਚ ਵੀ ਹੁੰਦਾ ਆ ਤੇ ਸੋਲਿਡ ਦੀ ਫਾਰਮ ਦੇ ਵਿੱਚ ਵੀ ਹੁੰਦਾ। ਇਸੇ ਤਰੀਕੇ ਨਾਲ ਅਗਰ ਅਸੀਂ 100 ਡਿਗਰੀ ਸੈਲਸੀਅਸ ਦੀ ਗੱਲ ਕਰਦੇ ਆ ਤਾਂ 100 ਡਿਗਰੀ ਸੈਲਸੀਅਸ ਦੇ ਉੱਤੇ ਪਾਣੀ ਵੀ ਹੁੰਦਾ ਤੇ ਭਾਫ ਵੀ ਹੁੰਦੀ ਆ। ਹੁਣ ਅਗਰ ਤਾਪਮਾਨ ਆ ਜਾਵੇ ਕਿ ਮੰਨ ਲਓ -4 ਡਿਗਰੀ ਸੈਲਸੀਅਸ ਆ, -4 ਡਿਗਰੀ ਸੈਲਸੀਅਸ ਤੇ ਪਾਣੀ ਦੀ ਕਿਹੜੀ ਸਟੇਟ ਹੋਏਗੀ, ਤਾਂ ਤੁਸੀਂ ਕਹਿਣਾ ਜੀ ਉਹ ਆਈਸ ਹੋਏਗੀ, ਯਾਨੀ ਕਿ ਸੋਲਿਡ। ਅਗਰ ਕਹੇ 0 ਤੇ ਆਈਸ ਵੀ ਹੋਏਗੀ, ਯਾਨੀ ਬਰਫ਼ ਵੀ ਹੋਏਗੀ ਤੇ ਪਾਣੀ ਵੀ ਹੋਏਗਾ। ਅਗਰ 1 ਡਿਗਰੀ ਵੀ ਹੋ ਗਿਆ ਉੱਥੇ ਤੁਸੀਂ ਬਰਫ਼ ਨਹੀਂ ਕਹਿਣਾ, ਉੱਥੇ ਤੁਸੀਂ ਪਾਣੀ ਕਹਿਣਾ ਆ। ਇਹਦੀ ਅਗਰ 99 ਵੀ ਪੁੱਛ ਲਿਆ ਤਾਂ 99 ਤੇ ਵੀ ਪਾਣੀ ਆ। 100 ਤੇ ਪੁੱਛ ਲਿਆ ਤਾਂ 100 ਤੇ ਪਾਣੀ ਤੇ ਭਾਫ ਦੋਨੋਂ ਹੀ ਆ। ਅਗਰ 101 ਵੀ ਕਿਹਾ ਫਿਰ ਵੀ ਉਸ ਵੇਲੇ ਪਾਣੀ ਦੀ ਕਿਹੜੀ ਸਟੇਟ ਹੁੰਦੀ ਆ, ਭਾਫ ਹੁੰਦੀ ਆ, ਵਾਟਰ ਵੇਪਰ ਹੁੰਦੇ ਆ। ਇਹ ਚੀਜ਼ ਧਿਆਨ ਰੱਖਣੀ ਹੈ। ਠੀਕ ਹੈ। ਹੁਣ ਅਗਲੀ ਗੱਲ ਕਹਿੰਦੇ ਆ ਕਿ ਜਦੋਂ ਵੀ ਕੋਈ ਸੋਲਿਡ ਮੈਲਟ ਕਰਦਾ ਆ, ਜਦੋਂ ਵੀ ਕੋਈ ਠੋਸ ਪਿਘਲਦਾ ਆ ਤਾਂ ਉਹਦਾ ਟੈਂਪਰੇਚਰ ਕੁਝ ਚਿਰ ਲਈ ਸੇਮ ਰਹਿੰਦਾ ਆ, ਕੁਝ ਚਿਰ ਲਈ ਬਦਲਦਾ ਨਹੀਂ, ਬਾਅਦ ਦੇ ਵਿੱਚ ਬਦਲਦਾ ਆ। ਤਾਂ ਅਸੀਂ ਤਾਂ ਹੀਟ ਦੇ ਰਹੇ ਆ, ਤਾਂ ਉਹ ਹੀਟ ਜਾ ਕਿੱਥੇ ਰਹੀ ਆ, ਕਿਉਂਕਿ ਉਹ ਤਾਪਮਾਨ ਤਾਂ ਚੇਂਜ ਹੋਇਆ ਨਹੀਂ। ਹੁਣ ਅਗਰ ਅਸੀਂ ਚਾਹੁੰਦੇ ਆ ਕਿ ਤਾਪਮਾਨ ਚੇਂਜ ਹੋਵੇ ਤਾਂ ਹੀ ਤਾਂ ਅਸੀਂ ਹੀਟ ਦੇ ਰਹੇ ਆ, ਪਰ ਉਹ ਗਈ ਕਿੱਥੇ ਹੀਟ। ਤਾਂ ਉਹਦਾ ਛੋਟਾ ਜਿਹਾ ਇੱਕ ਆਨਸਰ ਆ, ਦੇਖੋ ਜਰਾ। ਹੁਣ ਆ ਹੈਗਾ ਆਪਣੇ ਕੋਲੋਂ ਸੋਲਿਡ। ਸੋਲਿਡ ਦੇ ਵਿੱਚ ਜੋ ਪਕੜ ਆ ਕਾਫੀ ਜ਼ਿਆਦਾ ਮਜ਼ਬੂਤ ਆ ਤੇ ਅਸੀਂ ਇਹਨੂੰ ਤੋੜਨ ਦੇ ਲਈ ਹੀਟ ਦੇ ਰਹੇ ਆ ਤਾਂ ਕਿ ਇਹ ਕੀ ਬਣ ਸਕੇ, ਤਰਲ ਬਣ ਸਕੇ, ਯਾਨੀ ਕਿ ਲਿਕੁਇਡ ਬਣ ਸਕੇ। ਤਾਂ ਹੁੰਦਾ ਕੀ ਆ, ਜਿੱਦਾਂ ਜਿੱਦਾਂ ਅਸੀਂ ਇਹਨੂੰ ਹੀਟ ਦੇ ਰਹੇ ਆ ਨਾ, ਹੀਟ ਸਪਲਾਈ ਕਰ ਰਹੇ ਆ, ਤਾਂ ਹੋ ਕੀ ਰਿਹਾ ਕਿ ਉਹ ਹੀਟ ਇਹ ਐਬਜ਼ੌਰਬ ਕਰ ਰਿਹਾ, ਆਪਣੇ ਅੰਦਰ ਲੈ ਲਿਆ ਵਾ, ਆਪਣੇ ਅੰਦਰ ਉਹਨੂੰ ਖਿੱਚ ਕੇ ਰੱਖ ਲਿਆ, ਸਮਾ ਕੇ ਰੱਖ ਲਿਆ। ਕਿਉਂ? ਕਿਉਂਕਿ ਉਹ ਹੀਟ ਪਹਿਲਾਂ ਯੂਜ਼ ਹੋ ਰਹੀ ਆ, ਜੋ ਇਹਦੇ ਵਿੱਚ ਬਲ ਲੱਗਾ ਹੋਇਆ, ਜਿਹੜੇ ਬਲ ਦੇ ਨਾਲ ਇਹ ਜੋ ਪਾਰਟੀਕਲਸ ਆ ਆਪਸ ਵਿੱਚ ਜੁੜੇ ਹੋਏ ਆ, ਉਹਨੂੰ ਤੋੜਨ ਦੇ ਲਈ ਹੀਟ ਯੂਜ਼ ਹੋ ਰਹੀ ਆ। ਇਸ ਕਰਕੇ ਪਹਿਲਾਂ ਤਾਪਮਾਨ ਨਹੀਂ ਵੱਧਦਾ। ਤਾਂ ਸੁਣ ਲਓ ਕਿ ਜਦੋਂ ਵੀ ਅਸੀਂ ਪਹਿਲਾਂ ਕਿਸੇ ਠੋਸ ਨੂੰ, ਕਿਸੇ ਸੋਲਿਡ ਨੂੰ ਹੀਟ ਦਿੰਨੇ ਆ, ਟੈਂਪਰੇਚਰ ਦਿੰਨੇ ਆ, ਪਰ ਉਹਦੇ ਵਿੱਚ ਸਾਨੂੰ ਨਜ਼ਰ ਨਹੀਂ ਆਉਂਦਾ। ਅਗਰ ਅਸੀਂ ਥਰਮਾਮੀਟਰ ਲਾ ਕੇ ਦੇਖਦੇ ਆ ਤਾਂ ਅਸੀਂ ਕਹਿੰਦੇ ਅਸੀਂ ਤਾਂ ਗਰਮ ਕਰੀ ਜਾ ਰਹੇ ਆ, ਤਾਂ ਉਹਦੇ ਵਿੱਚ ਤਾਪਮਾਨ ਵੱਧ ਕਿਉਂ ਨਹੀਂ ਰਿਹਾ? ਉਹ ਐਕਚੁਅਲ ਦੇ ਵਿੱਚ ਉਹ ਹੀਟ ਕੀ ਹੁੰਦੀ ਆ, ਉਹ ਜੋ ਇਹਦੇ ਵਿੱਚ ਫੋਰਸ ਆਫ ਅਟਰੈਕਸ਼ਨ ਆ, ਜਿਹੜਾ ਬਲ ਆ ਜੋ ਇਹਨੂੰ ਬੰਨ ਕੇ ਰੱਖਦਾ ਆ, ਉਹਨੂੰ ਤੋੜਨ ਦੇ ਲਈ ਯੂਜ਼ ਹੁੰਦੀ ਆ। ਠੀਕ ਆ। ਫਿਰ ਜਦੋਂ ਇਹ ਪੂਰੀ ਤਰ੍ਹਾਂ ਟੁੱਟ ਜਾਂਦੇ ਆ ਫਿਰ ਇਹ ਲਿਕੁਇਡ ਸਟੇਟ ਜਾਂਦੇ ਆ, ਉਸ ਤੋਂ ਬਾਅਦ ਤਾਪਮਾਨ ਵਧਣਾ ਵੀ ਸ਼ੁਰੂ ਹੋ ਜਾਂਦਾ। ਤੇ ਹੁਣ ਉਹ ਜੋ ਹੀਟ ਆ ਉਹਨੂੰ ਅਸੀਂ ਕਹਿੰਦੇ ਆ ਲੇਟੈਂਟ ਹੀਟ। ਲੇਟੈਂਟ ਮੀਨਸ ਛੁਪੀ ਹੋਈ, ਯਾਨੀ ਕਿ ਲੁਕੀ ਹੋਈ। ਲੇਟੈਂਟ ਹੀਟ ਕਾਦੀ? ਲੇਟੈਂਟ ਹੀਟ ਆਫ ਫਿਊਜ਼ਨ। ਫਿਊਜ਼ਨ ਦਾ ਮਤਲਬ ਹੁੰਦਾ ਫੈਲਾਅ। ਇੱਥੇ ਅਸੀਂ ਸਮਝਦੇ ਆ ਕਿ ਲੇਟੈਂਟ ਹੀਟ ਆਫ ਫਿਊਜ਼ਨ ਦਾ ਮਤਲਬ ਆ ਕਿ ਉਹ ਹੀਟ ਜੋ ਅਸੀਂ ਦੇ ਰਹੇ ਆ ਕਿਹਨੂੰ, ਕਿਸੇ ਠੋਸ ਨੂੰ, ਕਿਸੇ ਸੋਲਿਡ ਨੂੰ, ਕਾਦੇ ਲਈ? ਤਾਂ ਕਿ ਉਹ ਲਿਕੁਇਡ ਦੇ ਵਿੱਚ ਕਨਵਰਟ ਹੋ ਜਾਵੇ। ਪਰ ਉਹ ਹੀਟ ਸਾਨੂੰ ਨਜ਼ਰ ਨਹੀਂ ਆ ਰਹੀ, ਉਹ ਹੀਟ ਕਿੱਥੇ ਗਈ? ਉਹ ਇਹਦੀ ਫੋਰਸ ਆਫ ਅਟਰੈਕਸ਼ਨ ਨੂੰ ਤੋੜਨ ਦੇ ਲਈ ਲੱਗ ਗਈ। ਤੇ ਉਸ ਹੀਟ ਨੂੰ ਅਸੀਂ ਕੀ ਕਹਿੰਦੇ ਆ? ਲੇਟੈਂਟ ਹੀਟ। ਲੇਟੈਂਟ ਮਤਲਬ ਤੋੜਨ ਦੇ, ਲੁਕੀ ਹੋਈ, ਜੋ ਤੋੜਨ ਦੇ ਲਈ ਯੂਜ਼ ਹੋ ਰਹੀ ਹੈ, ਇਹਦੇ ਬਲ ਨੂੰ ਤੋੜਨ ਦੇ ਲਈ ਯੂਜ਼ ਹੋ ਰਹੀ ਆ। ਫਿਊਜ਼ਨ ਦਾ ਮਤਲਬ ਕੀ ਹੁੰਦਾ? ਫੈਲਾਅ, ਯਾਨੀ ਕਿ ਸੋਲਿਡ ਤੋਂ ਲਿਕੁਇਡ ਵੱਲ ਚੇਂਜ ਹੋਣਾ। ਤਾਂ ਇਸੇ ਤਰੀਕੇ ਨਾਲ ਅਗਰ ਅਸੀਂ ਲਿਕੁਇਡ ਤੋਂ ਗੈਸ ਬਣਾਉਣਾ ਚਾਹੁੰਦੇ ਆ, ਜਦੋਂ ਅਸੀਂ ਲਿਕੁਇਡ ਤੋਂ ਕੀ ਬਣਾਉਣਾ ਚਾਹੁੰਦੇ ਆ? ਗੈਸ। ਤਾਂ ਉਦੋਂ ਵੀ ਪਹਿਲਾਂ ਜੋ ਹੀਟ ਆ ਅਸੀਂ ਦੇ ਰਹੇ ਆ
पर तापमान नहीं चेंज हुंदा। क्यों? क्योंकि वो जो तापमान आ वो यूज हुंदा इहदी फोर्स ऑफ अट्रैक्शन नूं तोड़न दे लई, इहदे बल दे उत्ते भार पाउण दे लई। तो एक चीज ध्यान रखियो, एक पेपर ते सवाल आंदा कि मान लो पानी आ, पानी उबल रहा 100 डिग्री सैल्सीਅस ਦੇ ਉੱਤੇ ਤੇ ਦੂਜੇ ਪਾਸੇ ਭਾਫ ਆ, ਉਹਦਾ ਵੀ ਤਾਪਮਾਨ 100 डिग्री सैल्सीਅस ਆ, ਤਾਂ ਤੁਹਾਡੇ ਲਈ ਜ਼ਿਆਦਾ ਖਤਰਨਾਕ ਕੀ ਆ? ਤੇ ਆਮ ਤੌਰ ਤੇ ਬੱਚਿਆਂ ਦਾ ਆਨਸਰ ਹੁੰਦਾ ਕਿ ਸਰ ਜ਼ਿਆਦਾ ਖਤਰਨਾਕ ਹੈ ਕਿ ਉਬਲਦਾ ਹੋਇਆ ਪਾਣੀ ਅਗਰ ਸਾਡੇ ਉੱਤੇ ਪੈ ਗਿਆ ਤਾਂ ਛਾਲੇ ਹੋ ਜਾਣੇ, ਜਲਨ ਹੋ ਜਾਣੀ ਆ। ਲੇਕਿਨ ਜ਼ਿਆਦਾ ਖਤਰਨਾਕ ਹੈਗਾ ਆ 100 डिग्री सैल्सीਅस ਦੇ ਉੱਤੇ ਭਾਫ। ਉਹਦਾ ਕਾਰਨ ਕੀ ਆ? ਕਿਉਂਕਿ ਉਸ ਭਾਫ ਦਾ ਆਪਣਾ ਤਾਪਮਾਨ ਤਾਂ 100 डिग्री सैल्सीਅस ਹੈਗਾ ਹੀ ਹੈਗਾ ਆ, ਲੇਕਿਨ ਜੋ ਉਹਦੇ ਵਿੱਚ ਹੋਰ ਕਿਹੜੇ ਤਾਪਮਾਨ ਮਿਲਿਆ ਹੋਇਆ ਵਾ, ਜਿਹੜਾ ਤਾਪਮਾਨ ਨਜ਼ਰ ਨਹੀਂ ਸੀ ਆਂਦਾ, ਜਿਹਨੂੰ ਅਸੀਂ ਲੇਟੈਂਟ ਹੀਟ ਕਹਿੰਦੇ ਆ, ਉਹ ਤਾਪਮਾਨ ਜੋ ਕਿ ਅਸੀਂ ਲਿਕੁਇਡ ਨੂੰ ਦਿੱਤਾ ਸੀ, ਜੋ ਕਿ ਵਧਿਆ ਨਹੀਂ ਸੀ ਲੇਕਿਨ ਲਿਕੁਇਡ ਨੇ ਆਪਣੇ ਅੰਦਰ ਐਬਜ਼ੌਰਬ ਕੀਤਾ ਸੀ, ਕਾਦੇ ਲਈ? ਤਾਂ ਕਿ ਉਹਦੀ ਫੋਰਸ ਆਫ ਅਟਰੈਕਸ਼ਨ ਟੁੱਟ ਸਕੇ। यानी कि गैस अपना तो 100 डिग्री हैगा ही आ, लेकिन जो इत्थों मिलिया होया लुकिया होया तापमान वो भी इहदे विच है जो कि नजर नहीं सी आया, क्योंकि वो थर्मामीटर दे विच रिकॉर्ड नहीं सी होया। तो याद रखियो ज्यादा खतरनाक कौन हुंदा आ? 100 डिग्री सैल्सीਅस ते भाफ हुंदी आ। तैनूं असीं कहने आ लेटेंट हीट ऑफ वेपराइजेशन, यानी कि लुकी हुई हीट। ये हीट की करदी आ? पानी तो वेपर बनाउण दे विच मददगार हुंदी आ। ठीक है जी, ये चीज नूं ध्यान रखियो। ਤਾਂ इथों अगर तुसी डेफिनेशन देखना चाहो तो एक चीज ध्यान रखियो कि जो पानी जो आइस आ बर्फ आ, मेल्टिंग पॉइंट कितना 273.16 कैलविन, किते किते 273 कैलविन भी आ जाता है। ठीक है, तो याद रखियो। तो तुहानूं दस्सिया सी कि जो मेल्टिंग दी प्रोसैस आ, यानी कि सॉलिड तो लिक्विड बनता है, उन्होंने असीं फ्यूजन कहने आ। फ्यूजन का मतलब हुंदा फैला। ते फ्यूजन करने लिए अगर सॉलिड तो लिक्विड बनाने आ तो देख लो तापमान बढ़ाउणा पैंदा, लिक्विड तो गैस दे लई भी तापमान बढ़ाउणा पैंदा। पर अगर गैस तो लिक्विड बनाना, ठंडा करना यानी कि तापमान घटाना, ते लिक्विड तो सॉलिड बनाना फिर भी तापमान घटाना है, याद रखियो। ते अगर तुसी सैल्सीअस तो कैलविन बनाना चाहते हैं, डिग्री सैल्सीअस तो कैलविन बनाना चाहते हैं, तो उहदे विच किन्ने ऐड करने आ? 273, यानी कि 0 डिग्री सैल्सीअस का मतलब की हुंदा 273 कैलविन। एक सौखा जिहा चीज आ। अगली गल, कैलविन का के वड्डा हुंदा है। हुण मान लो कोई कहे कि जी 25 डिग्री सैल्सीअस तो कैलविन बनाओ, 25 डिग्री सैल्सीअस आ ये तो कैलविन बनाओ, तो करांगे कि 25 दे विच 273 ऐड करांगे तो बनना की आ 298 कैलविन बनना। ये चीज नूं ध्यान रखियो। यदि अगर कैलविन तो सैल्सीअस बनाना होवे तो की करोगे? तुसी माइनस करोगे 273 नूं। ठीक है, सिंपल जिहा सवाल आ। तो अगे असीं गल करदे पए सी लेटेंट हीट ऑफ फ्यूजन। लेटेंट हीट ऑफ फ्यूजन की हुंदी आ? देखो ध्यान दे नाल, लेटेंट का मतलब हुंदा लुकी हुई। तां कहंदे अमाउंट ऑफ हीट एनर्जी, हीट एनर्जी दी कितनी मात्रा चाहिदी आ कादे लई? 1 किलो सॉलिड थे 1 किलो, ध्यान रखना 1 किलो सॉलिड तो लिक्विड बनाना आ, पर किहड़े प्रैशर ते? एटमॉस्फेरिक प्रैशर, जो वातावरण दा प्रैशर आ उत्ते बनाना। एट इट्स मेल्टिंग पॉइंट मतलब जिहड़ा ओहदा पिघलन दर्जा आ उत्ते बनाना आ, ओनू असीं लेटेंट हीट ऑफ फ्यूजन कहने आ। तां याद रखियो कि 0 डिग्री सैल्सीअस दे उत्ते जो लिक्विड आ ਉਹਦੇ ਵਿੱਚ ਕੀ ਹੁੰਦੀ ਆ? એનર્ਜੀ ਦਾ ਫਰਕ ਪੈਂਦਾ ਐਜ਼ ਕੰਪੇਅਰ ਟੂ ਆਈਸ ਦੇ ਨਾਲ। ਦੇਖੋ ਧਿਆਨ ਦੇ ਨਾਲ, ਸੋ ਜੋ ਪਾਰਟੀਕਲਸ ਆ ਵਾਟਰ ਦੇ 0 डिग्री ਸੈਲਸੀਅਸ ਦੇ ਉੱਤੇ ਉਹਨਾਂ ਵਿੱਚ ਜ਼ਿਆਦਾ એનર્ਜੀ ਆ ਐਜ਼ ਕੰਪੇਅਰ ਟੂ ਆਈਸ। ਹੁਣ ਦੇਖੋ ਆਪਾਂ ਕਿਹੜੀ ਗੱਲ ਕੀਤੀ ਸੀ? ਅਸੀਂ ਗੱਲ ਕੀਤੀ ਸੀ ਲਿਕੁਇਡ ਦੀ ਤੇ ਗੈਸ ਦੀ। ਆਪਾਂ ਕਿਹਾ ਸੀ ਕਿ ਲਿਕੁਇਡ ਪਾਣੀ ਉਬਲਦਾ ਹੋਇਆ 100 डिग्री ਤੇ ਆ, इदां ही भाफ आ जो गैस आ 100 डिग्री ते, लेकिन ज्यादा एनर्जी किहदे विच सी? ज्यादा खतरनाक कौन सी? गैस। क्यों? क्योंकि इहदे विच अपनी एनर्जी भी आ ते लिक्विड वाली एनर्जी भी आ। इस तरीके नाल अगर असीं सॉलिड यानी कि बर्फ तो पानी बनाना चाहते हैं तो 0 डिग्री सैल्सीअस सानू पता है कि उन्होंने तोड़ना पैना है 273 कैलविन नूं, क्योंकि असीं पढ़ के आए हैं कि 0 डिग्री दे उत्ते सॉलिड भी आ ते लिक्विड भी आ। हुण अगर 0 डिग्री सैल्सीअस ते गल करिए ਤਾਂ ਦੋਹਾਂ ਵਿੱਚੋਂ ਸੋਲਿਡ ਤੇ ਲਿਕੁਇਡ ਵਿੱਚੋਂ ਕਿਹਦੇ ਵਿੱਚ ਜ਼ਿਆਦਾ એનર્ਜੀ ਆ? ਆਬਵੀਅਸਲੀ ਲਿਕੁਇਡ ਦੇ ਵਿੱਚ। ਕਿਉਂ? ਕਿਉਂਕਿ ਲਿਕੁਇਡ ਦੇ ਵਿੱਚ ਆਪਣਾ ਤਾਪਮਾਨ ਤਾਂ ਹੈਗਾ ਆ, ਲੇਕਿਨ ਜੋ ਉਹਨੂੰ ਵਾਧੂ ਤਾਪਮਾਨ ਦਿੱਤਾ ਗਿਆ ਕਾਦੇ ਲਈ? ਸੋਲਿਡ ਤੋਂ ਲਿਕੁਇਡ ਬਣਨ ਦੇ ਲਈ, ਉਹ ਵੀ ਤਾਪਮਾਨ ਮੌਜੂਦ ਆ। ਤਾਂ ਇਸ ਕਰਕੇ ਵਾਟਰ ਦੇ ਵਿੱਚ ਜ਼ਿਆਦਾ એનર્ਜੀ ਹੁੰਦੀ ਆ ਐਜ਼ ਕੰਪੇਅਰ ਟੂ ਆਈਸ। ਕਿਹੜੇ ਟੈਂਪਰੇਚਰ ਤੇ? 0 डिग्री ਸੈਲਸੀਅਸ ਤੇ। ਠੀਕ ਹੈ ਜੀ, ਸੋ ਇਹ ਚੀਜ਼ ਨੂੰ ਤੁਸੀਂ ਧਿਆਨ ਰੱਖਣਾ ਆ। ਸੋ ਅਸੀਂ ਇਹ ਗੱਲ ਪੱਕੀ ਕਰ ਲਈ ਆ ਕਿ ਜੋ ਸਟੇਟ ਆਫ ਮੈਟਰ ਆ ਉਹਨੂੰ ਅਸੀਂ ਚੇਂਜ ਕਰ ਸਕਦੇ ਆ
ਕਿੱਦਾਂ ਸੋਲਿਡ ਤੋਂ ਲਿਕੁਇਡ ਬਣਾ ਸਕਦੇ ਆ, ਲਿਕੁਇਡ ਤੋਂ ਸੋਲਿਡ ਵੀ ਬਣਾ ਸਕਦੇ ਆ ਤਾਪਮਾਨ ਨੂੰ ਚੇਂਜ ਕਰਕੇ। ਤਾਪਮਾਨ ਵਧਾਵਾਂਗੇ ਤਾਂ ਅੱਗੇ ਨੂੰ ਜਾ ਰਹੇ ਆ, ਤਾਪਮਾਨ ਘਟਾਵਾਂਗੇ ਤਾਂ ਅਸੀਂ ਪਿੱਛੇ ਵੱਲ ਨੂੰ ਜਾ ਰਹੇ ਹਾਂ। ਠੀਕ ਹੈ ਜੀ। ਸੋ ਅਗਲੀ ਗੱਲ ਆਂਦੀ ਹੈ ਜੀ ਸਾਡੇ ਕੋਲੋਂ ਪ੍ਰੈਸ਼ਰ ਦੀ, ਕਿ ਪ੍ਰੈਸ਼ਰ ਦਾ ਦਬਾਅ ਦਾ ਕੀ ਫਰਕ ਪੈਂਦਾ ਆ। ਹੁਣ ਦੇਖੋ ਕੀ ਫਰਕ ਪੈਂਦਾ। ਹੁਣ ਆ ਹੈਗਾ ਜੀ ਸੋਲਿਡ, ਸਾਨੂੰ ਪਤਾ ਹੈ ਕਿ ਅਸੀਂ ਸੋਲਿਡ ਨੂੰ ਦਬਾ ਨਹੀਂ ਸਕਦੇ, ਜਾਂ ਦਬਾ ਸਕਦੇ ਤਾਂ ਬਹੁਤ ਘੱਟ ਦਬਾ ਸਕਦੇ ਆ। ਲਿਕੁਇਡ ਨੂੰ ਥੋੜਾ ਜਿਹਾ ਜ਼ਿਆਦਾ ਦਬਾ ਸਕਦੇ ਆ, ਤੇ ਗੈਸ ਨੂੰ ਅਸੀਂ ਬਹੁਤ ਜ਼ਿਆਦਾ ਦਬਾ ਸਕਦੇ ਆ। ਕਾਰਨ ਕੀ ਹੈ ਕਿ ਉਹਨਾਂ ਦੇ ਪਾਰਟੀਕਲਸ ਦੇ ਵਿੱਚ ਜਗ੍ਹਾ ਬਹੁਤ ਜ਼ਿਆਦਾ ਆ, ਹਨਾ। ਹੁਣ ਇੱਕ ਚੀਜ਼ ਧਿਆਨ ਦਿਓ, ਅਗਰ ਮੈਂ ਗੈਸ ਨੂੰ ਦਬਾ ਦੇਵਾਂ, ਗੈਸ ਤੇ ਦਬਾਅ ਪਾ ਦੇਵਾਂ, ਹੁਣ ਗੈਸ ਦੇ ਪਾਰਟੀਕਲਸ ਤੇ ਅਗਰ ਦਬਾਅ ਪੈ ਗਿਆ ਤੇ ਗੈਸ ਦੇ ਪਾਰਟੀਕਲਸ ਕੀ ਹੋਣਗੇ, ਨੇੜੇ ਨੇੜੇ ਆ ਜਾਣਗੇ। ਤੇ ਅਗਰ ਪਾਰਟੀਕਲਸ ਨੇੜੇ ਨੇੜੇ ਆ ਗਏ ਤੇ ਉਹ ਨੇੜੇ ਨੇੜੇ ਕਿਹਦੇ ਵਿੱਚ ਆ, ਲਿਕੁਇਡ ਦੇ ਵਿੱਚ। ਯਾਨੀ ਕਿ ਸਾਨੂੰ ਇੱਕ ਸੌਖੀ ਜੀ ਗੱਲ ਪਤਾ ਲੱਗ ਗਈ ਆ ਕਿ ਗੈਸ ਦੇ ਉੱਤੇ ਅਗਰ ਅਸੀਂ ਪ੍ਰੈਸ਼ਰ ਪਾ ਦਿੰਨੇ ਆ ਤਾਂ ਪ੍ਰੈਸ਼ਰ ਪਾਉਣ ਦੇ ਨਾਲ ਉਹ ਕੀ ਬਣ ਜਾਂਦਾ, ਲਿਕੁਇਡ। ਹੁਣ ਇਸੇ ਤਰੀਕੇ ਨਾਲ ਅਗਰ ਅਸੀਂ ਲਿਕੁਇਡ ਨੂੰ ਦਬਾਉਣ ਲੱਗ ਪਈਏ, ਲਿਕੁਇਡ ਦੇ ਉੱਤੇ ਪ੍ਰੈਸ਼ਰ ਵਧਾ ਦਈਏ, ਤਾਂ ਪ੍ਰੈਸ਼ਰ ਵਧਾਉਣ ਨਾਲ ਲਿਕੁਇਡ ਦੇ ਪਾਰਟੀਕਲਸ ਵੀ ਹੋਰ ਨੇੜੇ ਨੇੜੇ ਆ ਜਾਣੇ ਆ, ਤੇ ਅਗਰ ਹੋਰ ਨੇੜੇ ਆ ਗਏ ਤੇ ਆ ਕੀ ਬਣ ਜਾਣਾ ਆ, ਸੋਲਿਡ ਬਣ ਜਾਣਾ ਆ। ਇਹ ਚੀਜ਼ ਧਿਆਨ ਰੱਖੋ। ਸਿਮਿਲਰ ਤਰੀਕੇ ਦੇ ਨਾਲ ਅਗਰ ਅਸੀਂ ਸੋਲਿਡ ਦੇ ਉੱਤੋਂ ਦਬਾਅ ਘਟਾ ਦਈਏ, ਹੁਣ ਸਾਨੂੰ ਇੱਕ ਚੀਜ਼ ਪਤਾ ਲੱਗ ਗਈ ਨਾ ਕਿ ਸੋਲਿਡ ਦੇ ਪਾਰਟੀਕਲਸ ਦੇ ਉੱਤੇ ਦਬਾਅ ਸਭ ਤੋਂ ਜ਼ਿਆਦਾ ਆ, ਤਾਂ ਹੀ ਪਾਰਟੀਕਲਸ ਨੇੜੇ ਨੇੜੇ ਆ। ਲਿਕੁਇਡ ਤੇ ਦਬਾਅ ਥੋੜਾ ਜਿਹਾ ਘੱਟ ਆ, ਗੈਸ ਤੇ ਦਬਾਅ ਬਿਲਕੁਲ ਘੱਟ ਆ, ਜਿਸ ਕਰਕੇ ਉਹਦੇ ਪਾਰਟੀਕਲਸ ਦੂਰ ਦੂਰ ਆ। ਹੁਣ ਐਸੇ ਤਰੀਕੇ ਨਾਲ ਅਗਰ ਅਸੀਂ ਕੀ ਕਰਦੇ ਆ ਕਿ ਸੋਲਿਡ ਦੇ ਉੱਤੇ ਦਬਾਅ ਘਟਾਉਣਾ ਸ਼ੁਰੂ ਕਰ ਦਿੰਨੇ ਆ, ਤਾਂ ਅਗਰ ਇੱਥੇ ਦਬਾਅ ਘਟਾ ਦਈਏ ਤਾਂ ਹੋਏਗਾ ਕਿ ਇਹਦੇ ਪਾਰਟੀਕਲਸ ਹੋ ਜਾਣੇ ਦੂਰ ਦੂਰ, ਤੇ ਅਗਰ ਪਾਰਟੀਕਲਸ ਦੂਰ ਦੂਰ ਹੋ ਗਏ ਤਾਂ ਸੋਲਿਡ ਤੋਂ ਕੀ ਬਣ ਜਾਏਗਾ, ਲਿਕੁਇਡ। ਤੇ ਅਸੀਂ ਲਿਕੁਇਡ ਤੇ ਵੀ ਦਬਾਅ ਘਟਾ ਦਿੰਨੇ ਆ, ਯਾਨੀ ਕਿ ਪਾਰਟੀਕਲਸ ਦੇ ਉੱਤੇ ਅਸੀਂ ਕੋਈ ਬਲ ਨਹੀਂ ਲਾ ਰਹੇ, ਪਾਰਟੀਕਲਸ ਨੂੰ ਕਹਿੰਦੇ ਘੁੰਮੋ ਫਿਰੋ, ਐਸ਼ ਕਰੋ, ਜਿੱਥੇ ਮਰਜ਼ੀ ਜਾਓ। ਤੇ ਅਗਰ ਦੂਰ ਦੂਰ ਚਲ ਗਏ ਤਾਂ ਆਬਵੀਅਸਲੀ ਲਿਕੁਇਡ ਨੇ ਕੀ ਬਣ ਜਾਣਾ, ਗੈਸ। ਤਾਂ ਇੱਥੇ ਇੱਕ ਗੱਲ ਕਲੀਅਰ ਹੋ ਗਈ ਆ ਕਿ ਅਗਰ ਅਸੀਂ ਦਬਾਅ ਵਧਾਵਾਂਗੇ ਤਾਂ ਗੈਸ ਤੋਂ ਕੀ ਬਣੂਗਾ, ਲਿਕੁਇਡ, ਲਿਕੁਇਡ ਤੋਂ ਬਣੇਗਾ ਸੋਲਿਡ। ਤੇ ਅਗਰ ਅਸੀਂ ਦਬਾਅ ਘਟਾ ਦਾਂਗੇ, ਪ੍ਰੈਸ਼ਰ ਘਟਾ ਦਾਂਗੇ, ਤਾਂ ਆਬਵੀਅਸਲੀ ਸੋਲਿਡ ਤੋਂ ਬਣੇਗਾ ਲਿਕੁਇਡ, ਤੇ ਲਿਕੁਇਡ ਤੋਂ ਬਣੇਗਾ ਗੈਸ। ਤਾਂ ਇੱਥੋਂ ਦੋ ਗੱਲਾਂ ਕਲੀਅਰ ਹੋ ਗਈਆਂ। ਅਗਰ ਮੈਂ ਸੋਲਿਡ ਤੋਂ ਲਿਕੁਇਡ ਬਣਾਉਣਾ ਚਾਹਨਾ ਆ ਤਾਂ ਮੈਨੂੰ ਟੈਂਪਰੇਚਰ ਯਾਨੀ ਕਿ ਤਾਪਮਾਨ ਵਧਾਉਣਾ ਪਏਗਾ ਤੇ ਪ੍ਰੈਸ਼ਰ ਘਟਾਉਣਾ ਪਏਗਾ। ਇਸੇ ਤਰੀਕੇ ਨਾਲ ਅਗਰ ਮੈਂ ਲਿਕੁਇਡ ਤੋਂ ਗੈਸ ਵੱਲ ਜਾਣਾ ਚਾਹੁੰਦਾ ਤਾਂ ਤਾਪਮਾਨ ਵਧਾਉਣਾ ਪਏਗਾ ਤੇ ਪ੍ਰੈਸ਼ਰ ਘਟਾਉਣਾ ਪਏਗਾ। ਠੀਕ ਹੈ ਜੀ। ਹੁਣ ਅਗਰ ਅਸੀਂ ਪੁੱਠਾ ਰਸਤਾ ਅਪਣਾਉਣਾ ਆ, ਯਾਨੀ ਕਿ ਅਗਰ ਮੈਂ ਗੈਸ ਤੋਂ ਲਿਕੁਇਡ ਵੱਲ ਜਾਣਾ, ਗੈਸ ਤੋਂ ਲਿਕੁਇਡ ਵੱਲ ਜਾਣਾ ਯਾਨੀ ਕਿ ਮੈਨੂੰ ਠੰਡਾ ਕਰਨਾ ਪੈਣਾ, ਯਾਨੀ ਕਿ ਤਾਪਮਾਨ ਘਟਾਊਂਗਾ ਤੇ ਪ੍ਰੈਸ਼ਰ ਨੂੰ ਮੈਂ ਵਧਾਊਂਗਾ, ਤਾਂ ਹੀ ਪਾਰਟੀਕਲਸ ਨੇੜੇ ਨੇੜੇ ਆਣਗੇ। ਤਾਂ ਲਿਕੁਇਡ ਤੋਂ ਅਗਰ ਮੈਂ ਸੋਲਿਡ ਬਣਾਣਾ ਤਾਂ ਮੈਂ ਤਾਪਮਾਨ ਕੀ ਕਰੂੰਗਾ, ਘਟਾਊਂਗਾ, ਤੇ ਪ੍ਰੈਸ਼ਰ ਨੂੰ ਕੀ ਕਰੂੰਗਾ, ਵਧਾਊਂਗਾ, ਤਾਂ ਕਿ ਪਾਰਟੀਕਲਸ ਨੇੜੇ ਨੇੜੇ ਆਣ। ਪਾਰਟੀਕਲਸ ਨੇੜੇ ਨੇੜੇ ਆਉਗੇ ਤਾਂ ਹੋਊਗਾ ਕਿ ਉਹ ਸੋਲਿਡ ਬਣ ਜਾਣੇ ਆ। ਤੇ ਉਸ ਤੋਂ ਇਲਾਵਾ ਅਸੀਂ ਪਹਿਲਾਂ ਵੀ ਗੱਲ ਕੀਤੀ ਹੋਈ ਕਿ ਸੋਲਿਡ ਦੇ ਵਿੱਚ ਪਾਰਟੀਕਲਸ ਬਹੁਤ ਨੇੜੇ ਨੇੜੇ ਹੁੰਦੇ ਆ, ਹਨਾ, ਤੇ ਜਿਸ ਕਰਕੇ ਉਹਨਾਂ ਦੀ ਗਤਿਆਤਮਕ ਊਰਜਾ, ਕਾਇਨੈਟਿਕ એનર્ਜੀ ਕਾਫੀ ਜ਼ਿਆਦਾ ਘੱਟ ਆ, ਤੇ ਗੈਸਸ ਦੀ ਕਾਇਨੈਟਿਕ એનર્ਜੀ ਬਹੁਤ ਜ਼ਿਆਦਾ, ਕਿਉਂਕਿ ਪਾਰਟੀਕਲਸ ਬਹੁਤ ਦੂਰ ਦੂਰ ਆ। ਤੇ ਵੈਸੇ ਵੀ ਕਾਇਨੈਟਿਕ એનર્ਜੀ ਕਿਤੇ ਡਿਪੈਂਡ ਕਰਦੀ ਆ, ਵੈਲੋਸਿਟੀ ਤੇ, ਯਾਨੀ ਕਿ ਕਿੰਨੀ ਕੁ ਜ਼ਿਆਦਾ ਵੈਲੋਸਿਟੀ ਆ, ਤੇ ਤਾਪਮਾਨ ਤੇ ਵੀ। ਜਿੰਨਾ ਜ਼ਿਆਦਾ ਤਾਪਮਾਨ ਵਧਾਵਾਂਗੇ ਉਨਾ ਜ਼ਿਆਦਾ ਪਾਰਟੀਕਲਸ ਵਾਈਬ੍ਰੇਟ ਕਰਨਗੇ, ਮੂਵ ਕਰਨਗੇ, ਤੇ ਜਿੰਨੀ ਜ਼ਿਆਦਾ ਵੈਲੋਸਿਟੀ ਹੋਏਗੀ ਉਨਾ ਜ਼ਿਆਦਾ ਹੀ ਉਹਨਾਂ ਦੀ ਕਾਇਨੈਟਿਕ એનર્ਜੀ ਵੀ ਹੋਏਗੀ। ਸੋ ਦੇਖੋ ਲਿਖਿਆ, ਜਦੋਂ ਅਸੀਂ ਪ੍ਰੈਸ਼ਰ ਵਧਾਵਾਂਗੇ ਤੇ ਤਾਪਮਾਨ ਘਟਾਵਾਂਗੇ, ਅਸੀਂ ਗੈਸ ਤੋਂ ਲਿਕੁਇਡ ਬਣਾ ਸਕਦੇ ਹਾਂ, ਯਾਨੀ ਕਿ ਵੀ ਕੈਨ ਲਿਕੁਇਫਾਈ ਗੈਸਸ। ਸੋ ਅਗਰ ਕੁਐਸਚਨ ਆ ਗਿਆ ਕਿ ਹਾਊ ਕੈਨ ਵੀ ਲਿਕੁਇਫਾਈ ਗੈਸਸ, ਅਸੀਂ ਗੈਸ ਨੂੰ ਲਿਕੁਇਡ ਕਿੱਦਾਂ ਬਣਾ ਸਕਦੇ ਹਾਂ, ਤਾਂ ਦੋ ਹੀ ਕੰਡੀਸ਼ਨਸ ਆ ਜੋ ਅਸੀਂ ਸਿੱਖ ਲਈਆਂ ਮੇਨਲੀ, ਕਿ ਪ੍ਰੈਸ਼ਰ ਨੂੰ ਵਧਾਓ ਤੇ ਟੈਂਪਰੇਚਰ ਨੂੰ ਘਟਾ ਦਿਓ। ਇੱਕ ਗੱਲ ਹੋਰ ਕਿ ਇੱਕ ਹੁੰਦਾ ਸੋਲਿਡ ਕਾਰਬਨ ਡਾਈਆਕਸਾਈਡ, ਕਾਰਬਨ ਡਾਈਆਕਸਾਈਡ ਹੁੰਦੀ ਆ ਗੈਸ, ਪਰ ਅਗਰ ਅਸੀਂ ਉਹਦੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾ ਦਈਏ, ਠੀਕ ਆ, ਜਦੋਂ ਬਹੁਤ ਜ਼ਿਆਦਾ ਪ੍ਰੈਸ਼ਰ ਪਾਤਾ ਨਾ ਤਾਂ ਇਹ ਡਾਇਰੈਕਟਲੀ ਕੀ ਬਣਦੀ ਆ, ਇਹ ਬਣਦੀ ਆ ਗੈਸ ਤੋਂ ਸੋਲਿਡ। ਠੀਕ ਹੈ, ਮਤਲਬ ਵਿੱਚੋਂ ਲਿਕੁਇਡ ਨਹੀਂ ਬਣਦੀ। ਹੁਣ ਜਿਹੜੀ ਚੀਜ਼ ਗੈਸ ਤੋਂ ਸਿੱਧਾ ਸੋਲਿਡ ਬਣ ਜਾਵੇ ਉਹਨੂੰ ਪ੍ਰੋਸੈਸ ਨੂੰ ਅਸੀਂ ਕਹਿੰਦੇ ਆ ਸਬਲੀਮੇਸ਼ਨ। ਠੀਕ ਹੈ, ਪ੍ਰੋਸੈਸ ਨੂੰ ਕਹਿੰਦੇ ਸਬਲੀਮੇਸ਼ਨ, ਦੇਖੋ ਲਿਖਿਆ ਹੋਇਆ। ਪਰ ਸਬਲੀਮੇਸ਼ਨ ਦਾ ਜੋ ਪੰਜਾਬੀ ਚ ਨਾਮ ਹੁੰਦਾ ਮੇਰੇ ਖਿਆਲ ਹੁੰਦਾ ਸ੍ਰੇਸ਼ਟਤਾ, ਮੇਰੇ ਖਿਆਲ ਨੂੰ ਸ੍ਰੇਸ਼ਟਤਾ ਕਹਿੰਦੇ ਆ, ਜਿੱਥੇ ਤੱਕ ਮੇਰਾ ਖਿਆਲ ਆ, ਸ਼ੋਰ ਨਹੀਂਗਾ, ਸ੍ਰੇਸ਼ਟਤਾ ਹੀ ਆ ਸ਼ਾਇਦ। ਠੀਕ ਹੈ, ਸੋ ਇੱਕ ਚੀਜ਼ ਯਾਦ ਰੱਖਿਓ ਕਿ ਅਗਰ ਸਵਾਲ ਆਵੇ ਕਿ ਸੋਲਿਡ ਕਾਰਬਨ ਡਾਈਆਕਸਾਈਡ ਦਾ ਹੋਰ ਕੀ ਨਾਮ ਆ, ਤਾਂ ਸੋਲਿਡ ਕਾਰਬਨ ਡਾਈਆਕਸਾਈਡ ਦਾ ਇੱਕ ਨਾਮ ਆ, ਉਹਨੂੰ ਅਸੀਂ ਕਹਿੰਦੇ ਡਰਾਈ ਆਈਸ, ਯਾਨੀ ਕਿ ਸੁੱਕੀ ਹੋਈ ਬਰਫ਼। ਠੀਕ ਹੈ, ਦੇਖੋ ਲਿਖਿਆ ਕਿ ਤੁਸੀਂ ਦੇਖਿਆ ਕਿ ਸੋਲਿਡ ਕਾਰਬਨ ਡਾਈਆਕਸਾਈਡ ਵੀ ਹੁੰਦੀ ਆ,
ਕਹਿੰਦੇ ਇਹਨੂੰ ਅਗਰ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਅੰਦਰ ਰੱਖਿਆ ਜਾਵੇ ਤਾਂ ਸੋਲਿਡ ਕਾਰਬਨ ਡਾਈਆਕਸਾਈਡ ਸਿੱਧਾ ਸਿੱਧਾ ਕਿਚ ਕਨਵਰਟ ਹੋ ਜਾਂਦੀ ਆ ਗੈਸਿਸ ਦੇ ਵਿੱਚ, ਸੌਰੀ ਗੈਸ ਤੋਂ ਬਣ ਜਾਂਦੀ ਆ ਸੋਲਿਡ। ਠੀਕ ਆ, ਤੇ ਅਗਰ ਸੋਲਿਡ ਨੂੰ ਖੁੱਲਾ ਛੱਡ ਦਈਏ ਤਾਂ ਉਹ ਕੀ ਬਣ ਜਾਂਦਾ ਆ, ਗੈਸ ਬਣ ਜਾਂਦਾ ਜਦੋਂ ਅਸੀਂ ਪ੍ਰੈਸ਼ਰ ਘਟਾ ਦਈਏ, ਜਦੋਂ ਅਸੀਂ ਪ੍ਰੈਸ਼ਰ 1 ਐਟਮੋਸਫੇਅਰ ਕਰ ਦਈਏ। ਯਾਨੀ ਕਿ ਅਗਰ ਪ੍ਰੈਸ਼ਰ ਵਧਾਵਾਂਗੇ ਤਾਂ ਸੋਲਿਡ ਕਾਰਬਨ ਡਾਈਆਕਸਾਈਡ ਬਣੇਗੀ, ਗੈਸ ਤੋਂ ਸੋਲਿਡ ਬਣੇਗਾ, ਤੇ ਅਗਰ ਪ੍ਰੈਸ਼ਰ ਘਟਾਵਾਂਗੇ ਤਾਂ ਆਬਵੀਅਸਲੀ ਸੋਲਿਡ ਤੋਂ ਕੀ ਬਣੂਗੀ, ਗੈਸ, ਕਿਉਂਕਿ ਪਾਰਟੀਕਲਸ ਨੇ ਕਹਿਣਾ ਅਸੀਂ ਤਾਂ ਦੂਰ ਦੂਰ ਜਾਣਾ, ਭੱਜ ਜਾਣਾ, ਤੇ ਇਹਦੇ ਵਿੱਚੋਂ ਸੋਲਿਡ ਤੋਂ ਗੈਸ ਬਣਦੀ ਆ ਤੇ ਗੈਸ ਤੋਂ ਸੋਲਿਡ, ਯਾਨੀ ਕਿ ਠੋਸ ਤੋਂ ਭਾਫ ਤੇ ਭਾਫ ਤੋਂ ਠੋਸ, ਯਾਨੀ ਕਿ ਵਿੱਚ ਲਿਕੁਇਡ ਨਹੀਂ ਬਣਦੀ, ਤਰਲ ਸਟੇਟ ਨਹੀਂ ਬਣਦੀ, ਉਹਨੂੰ ਹੀ ਅਸੀਂ ਸਬਲੀਮੇਸ਼ਨ ਦਾ ਨਾਮ ਦੇ ਦਿੰਨੇ ਆ। ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਪ੍ਰੈਸ਼ਰ ਤੇ ਟੈਂਪਰੇਚਰ ਹੀ ਦੋ ਇਦਾਂ ਦੀਆਂ ਮੇਨ ਚੀਜ਼ਾਂ ਆ ਜਿਹਦੇ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਚੀਜ਼ ਸੋਲਿਡ ਹੋਏਗੀ ਜਾਂ ਲਿਕੁਇਡ ਹੋਏਗੀ ਜਾਂ ਗੈਸ ਹੋਏਗੀ, ਤੇ ਇਹਨਾਂ ਨੂੰ ਹੀ ਚੇਂਜ ਕਰਕੇ ਅਸੀਂ ਸੋਲਿਡ ਤੋਂ ਲਿਕੁਇਡ, ਲਿਕੁਇਡ ਤੋਂ ਗੈਸ ਜਾਂ ਸੋਲਿਡ ਤੋਂ ਗੈਸ ਬਣਾ ਸਕਦੇ ਹਾਂ। ਸੋ ਜੋ ਬਾਕੀ ਦਾ ਲੈਕਚਰ ਆ, ਜੋ ਆ ਫਿਊਜ਼ਨ ਸੋਲਿਡਿਫਿਕੇਸ਼ਨ ਲਿਖਿਆ ਜਾਂ ਜਿਹੜੀਆਂ ਇਹ ਪ੍ਰੋਸੈਸਸ ਆ, ਇਹਦੇ ਬਾਰੇ ਅਸੀਂ ਅਗਲੇ ਲੈਕਚਰ 'ਚ ਚਰਚਾ ਕਰਾਂਗੇ। ਅੱਜ ਲਈ ਇੰਨਾ ਹੀ, ਬਹੁਤ ਬਹੁਤ ਧੰਨਵਾਦ। ਵੀਡੀਓ ਵਧੀਆ ਲੱਗੇ ਤੇ ਲਾਈਕ ਕਰ ਦਿਓ, फ्रेंड्स ਨਾਲ शेयर भी कर दियो, ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। बहुत बहुत धन्यवाद जी ਤੁਹਾਡਾ, थैंक यू।